देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। राज्यपाल जी और दूसरे लीडर जिन्ने ने ये सारे बहुत सूझवान ने और उन्होंने विच कुछ गलत अंसर भी कुछ के ने ਜਿਹੜੇ ਹੁਣ ਅਲੱਗ-ਅਲੱਗ ਤਰ੍ਹਾਂ ਦੇ ਨਾਅਰੇ ਦੇਣ ਲੱਗ ਗਏ। ਉਮਰ ਖਾਲਿਦ ਉਹਨੂੰ ਕਹਿੰਦੇ ਹੁਣ ਉਹਨੂੰ ਛੱਡੋ ਜੀ, ਠੀਕ ਹੈ। ਮਾਓਵਾਦੀ ਇਹ ਮੰਗ ਕਰਨ ਲੱਗ ਗਏ। ਅਰਬਨ ਨਕਸਲਾਈਟਸ ਦੇ ਜਿਹੜੇ ਕੇਸ ਨੇ ਜੀ ਉਹ ਛੱਡੋ ਜੀ। ਜਿਹੜਾ ਤਾਹਿਰ ਹੁਸੈਨ ਜਿਹੜਾ ਦੰਗਿਆਂ ਦੇ ਦੋਸ਼ੀ ਨੇ, ਦਿੱਲੀ ਦੰਗਿਆਂ ਦੇ ਹੋਰ ਵੀ ਲੋਕ ਨੇ, ਉਹਨਾਂ ਨੂੰ ਛੱਡੋ ਜੀ। ਤੇ ਇਸ ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ। ਇਹ ਕੋਈ ਕਿਸਾਨ ਅੰਦੋਲਨ ਦੀਆਂ ਗੱਲਾਂ ਥੋੜ੍ਹਾ ਨੇ। ਪ੍ਰਧਾਨ ਮੰਤਰੀ ਕੋਲ ਹੋਰ ਬਹੁਤ ਕੰਮ ਨੇ ਔਰ ਇਹ ਅੰਦੋਲਨ ਆਪਣੇ ਆਪ ਸਮਾਪਤ ਹੋ ਜਾਏਗਾ ਔਰ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਉਹ ਐਡਰੈਸ ਕਰ। ਮਜੀਠੀਆ ਜੀ ਦੀਆਂ ਸਲਾਹਾਂ ਜਿਹੜੀਆਂ ਨੇ ਉਹ ਅਕਾਲੀ ਦਲ ਨੂੰ ਦੇ ਲੈਣ। ਉਹ ਰਹਿ ਗਏ ਵਿਚਾਰੇ 12-13 ਹੀ ਰਹਿ ਗਏ ਅਤੇ ਉੱਥੇ ਆਪਣੀ ਪਾਰਟੀ ਦਾ ਦੇਖ ਲੈਣ। 2 ਜ਼ਿਲ੍ਹਿਆਂ ਦੀ ਪਾਰਟੀ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਨੂੰ ਸਲਾਹ ਦੀ ਜ਼ਰੂਰਤ। 2 ਮਹੀਨੇ ਬਾਅਦ ਸਮਝਣਗੇ ਟੁਕੜੇ ਗੈਂਗ ਨੇ ਉਹਨਾਂ ਦੇ ਅੰਦੋਲਨ 'ਤੇ ਕਬਜ਼ਾ ਕਰ ਲੈਣਾ। ਇਹ ਕਿਸਾਨਾਂ ਨੂੰ ਆਪਦਾ ਅੰਦੋਲਨ ਜਿੱਦਾਂ ਪਹਿਲਾਂ ਅਨੁਸ਼ਾਸਨ 'ਚ ਰੱਖਿਆ ਉੱਦਾਂ ਹੀ ਰੱਖਣਾ ਚਾਹੀਦਾ। ਅਰੇ ਵੀ ਕਾਨੂੰਨ ਰੱਦ ਕਰਨ ਵਾਲੀ ਕੋਈ ਗੱਲ ਹੀ ਨਹੀਂ। ਕਾਨੂੰਨ 'ਚ ਕੁਛ ਰਹਿ ਹੀ ਨਹੀਂ ਗਿਆ। ਕਾਨੂੰਨ ਰੱਦ ਕਰਨ ਵਾਲੀ ਕੀ ਗੱਲ ਰਹਿ ਗਈ ਇਹਦੇ 'ਚ? ਕੁਛ ਵੀ ਨਹੀਂ। ਕੇਂਦਰ ਦੀ ਮੋਦੀ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਰੇੜਕਾ ਲਗਾਤਾਰ ਬਰਕਰਾਰ ਹੈ। ਕਿਸਾਨ ਅੰਦੋਲਨ ਦਾ ਅੱਜ 16ਵਾਂ ਦਿਨ ਹੈ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ। ਪਰ ਇਸ ਰੇੜਕੇ ਦੇ ਵਿਚਕਾਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਰੇੜਕੇ ਦੇ ਵਿੱਚ ਜਿੱਤ ਕਿਸਾਨਾਂ ਦੀ ਹੋਵੇਗੀ ਤੇ ਕਿਸਾਨ ਪੰਜਾਬ ਖੇਤੀ ਸੁਧਾਰ ਬਿੱਲ ਰੱਦ ਕਰਵਾ ਕੇ ਹੀ ਹੁਣ ਮੁੜਨਗੇ। ਪਰ ਦੂਜੇ ਪਾਸੇ ਕੇਂਦਰ ਸਰਕਾਰ ਇਹਨਾਂ ਬਿੱਲਾਂ ਦੇ ਵਿੱਚ ਵੱਡੇ ਸੰਸ਼ੋਧਨ ਕਰਨ ਨੂੰ ਤਾਂ ਤਿਆਰ ਹੈ। ਬਿੱਲ ਰੱਦ ਕਰਵਾਉਣ ਨੂੰ ਲੈ ਕੇ ਉਹ ਵੀ ਸਹਿਮਤ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਇਹ ਸਭ ਦੇ ਵਿੱਚ ਕਿਸ ਤਰ੍ਹਾਂ ਦੀ ਹੁਣ ਅੱਗੇ ਰਣਨੀਤੀ ਰਹੇਗੀ ਕੇਂਦਰ ਸਰਕਾਰ ਵਿੱਚ ਕਿਸਾਨਾਂ ਨੂੰ ਮਨਾਉਣ ਦੇ ਲਈ? ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਬੀਜੇਪੀ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਸਾਹਿਬ। ਲਗਾਤਾਰ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ ਵਾ ਪਰ ਸਿੱਟਾ ਜਿਹੜਾ ਹੈਗਾ ਸਾਰਥਕ ਨਤੀਜੇ ਨਜ਼ਰ ਨਹੀਂ ਆ ਰਹੇ। ਬੇਸ਼ੱਕ ਤੁਸੀਂ ਵੱਡੇ ਸੰਸ਼ੋਧਨ ਕਰਨ ਨੂੰ ਤਾਂ ਤਿਆਰ ਹੋ ਪਰ ਕਿਸਾਨ ਸਿੱਧੇ ਕਹਿ ਰਹੇ ਨੇ ਕਿ ਬਿੱਲ ਕਾਨੂੰਨ ਜਿਹੜੇ 3 ਬਣਾਏ ਨੇ ਉਹ ਰੱਦ ਹੋਣਗੇ ਤਾਂ ਹੀ ਪੰਜਾਬ ਵਾਪਸ ਮੁੜਿਆ ਜਾਏਗਾ ਤੇ ਰੱਦ ਕਰਵਾ ਕੇ ਹੀ ਜਾਣਾ। ਹੁਣ ਆਉਣ ਵਾਲੀ ਰਣਨੀਤੀ ਕੀ ਰਹੇਗੀ ਤੁਹਾਡੀ? ਦੇਖੋ, ਕਿਸਾਨਾਂ ਨੇ ਜਿਹੜੇ ਖਦਸ਼ੇ ਜ਼ਾਹਿਰ ਕੀਤੇ ਸੀ ਨਾ 5 ਲਿਖਤ ਦਿੱਤੇ ਸੀ ਸਰਕਾਰ ਨੂੰ ਵੀ ਇਹ ਕਰ ਦਿਓ ਤੇ ਅਸੀਂ ਅੰਦੋਲਨ ਸਮਾਪਤ ਕਰ ਦਿਆਂਗੇ। ਸਰਕਾਰ ਨੇ ਖੈਰ ਉਹਦੇ 'ਚ ਦੇਰੀ ਹੋਈ ਕਰਨ 'ਚ ਤੇ ਸਰਕਾਰ ਨੇ ਉਹ ਸਾਰੇ ਉਹਨਾਂ ਦੀ ਪ੍ਰੋਬਲਮ ਜਿਹੜੀਆਂ ਸੀ, ਜਿਹੜੀ ਉਹਨਾਂ ਨੇ ਖਦਸ਼ੇ ਜ਼ਾਹਿਰ ਕੀਤੇ ਸੀ ਉਹ ਐਡਰੈਸ ਕਰਤੇ। ਇੱਕ ਤਾਂ ਉਹਨਾਂ ਨੇ ਬਿਜਲੀ ਦੇ ਬਿੱਲ ਦਾ ਸੀ, ਉਹ ਸਰਕਾਰ ਨੇ ਕਿਹਾ ਕਿ ਜਿਹੜਾ ਨਵਾਂ ਬਿੱਲ ਆਏਗਾ, ਜੇ ਆਇਆ ਨਹੀਂ ਹੈ, ਉਹਦੇ 'ਚ ਕਿਸਾਨ ਨੂੰ ਉਹ ਪ੍ਰਭਾਵਿਤ ਨਹੀਂ ਕਰੇਗਾ। ਦੂਸਰਾ ਉਹਨਾਂ ਨੇ ਕਿਹਾ ਸੀ ਕਿ ਜਿਹੜਾ 1 ਕਰੋੜ ਦਾ ਜੁਰਮਾਨਾ ਤੇ 5 ਸਾਲ ਦੀ ਸਜ਼ਾ ਸਟਬਲ ਬਰਨਿੰਗ 'ਚ, ਉਹ ਸਰਕਾਰ ਨੇ ਕਿਹਾ ਕਿ ਉਹ ਇੰਪਲੀਮੈਂਟ ਕਿਸਾਨ 'ਤੇ ਨਹੀਂ ਹੋਏਗਾ, ਠੀਕ ਹੈ। ਔਰ ਤੀਸਰਾ APMC ਐਕਟ, ਉਹਨਾਂ ਨੇ ਕਿਹਾ ਸੀ ਕਿ ਮੰਡੀਆਂ ਦਾ ਟੈਕਸ ਜਿਹੜਾ ਮੰਡੀ 'ਚ ਲੱਗਦਾ ਉਹ ਬਾਹਰ ਵੀ ਲੱਗੇ ਔਰ ਬਾਹਰ ਵੀ ਜਿਹਦੇ ਕੋਲ ਰਜਿਸਟ੍ਰੇਸ਼ਨ ਹੋਵੇ, ਜਿਹਦੇ ਕੋਲ ਲਾਇਸੈਂਸ ਹੋਵੇ, ਲਾਇਸੈਂਸ ਹੋਲਡਰ ਹੀ ਖਰੀਦ ਵੇਚ ਦਾ ਕੰਮ ਕਰੇ। ਉਹਦੇ 'ਚ ਉਹਨਾਂ ਨੂੰ ਜੈਸ ਕਰਤੀ ਕਿ ਵੀ ਸਟੇਟ ਗਵਰਨਮੈਂਟ ਦੇ ਜੋ ਰੂਲਸ ਨੇ ਉਹ ਅਪਲਾਈ ਹੋਣਗੇ। ਤਾਂ ਗੱਲ ਹੀ ਖਤਮ ਹੋ ਗਈ ਮੰਡੀਆਂ ਦੀ ਵੀ। ਮੰਡੀਆਂ ਦੀ ਮਾਡਰਨਾਈਜੇਸ਼ਨ ਲਈ 10,000 ਕਰੋੜ ਰੁਪਏ ਦਾ ਹੋਰ ਕਹਿ ਦਿੱਤਾ ਕਿ ਉਹਦੀ ਮਾਡਰਨਾਈਜੇਸ਼ਨ ਕਰਾਂਗੇ। ਅਤੇ ਜਿਹੜਾ ਉਹ ਕਹਿੰਦੇ ਸੀ ਕੋਰਟ ਜਾਣ ਦਾ ਅਧਿਕਾਰ ਨਹੀਂ ਹੈ, ਕਿਸਾਨ ਦੀ ਜ਼ਮੀਨ 'ਤੇ ਕਬਜ਼ਾ ਹੋ ਜਾਏਗਾ। ਹਾਲਾਂਕਿ ਉਹ ਕੋਈ ਐਸੀ ਗੱਲ ਨਹੀਂ ਸੀ। ਉਹਦੇ ਜ਼ਮੀਨ ਠੇਕੇ ਦੇਣੀ ਨਹੀਂ, ਫਸਲੀ ਠੇਕੇ ਦੇਣੀ ਸੀ, ਪਰ ਉਹਦੇ 'ਚ ਕੋਰਟ ਜਾਣ ਦਾ ਵੀ ਅਧਿਕਾਰ ਦੇ ਦਿੱਤਾ। ਨਾਲ ਕਹਿੰਦਾ ਕਿ ਫਾਸਟ ਟਰੈਕ ਕੋਰਟਸ ਬਣਾ ਦੇਵਾਂਗੇ। ਅਤੇ ਰਹਿ ਕੀ ਗਿਆ ਜੀ ਬਿੱਲ 'ਚ? ਮੈਨੂੰ ਦੱਸ ਦਿਓ। ਗਰੇਵਾਲ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਰਹਿ ਕੀ ਗਿਆ? ਉਹ ਕਹਿੰਦੇ ਨੇ ਕਿ ਸਾਨੂੰ ਕਾਨੂੰਨ ਹੀ ਮਨਜ਼ੂਰ ਨਹੀਂ ਹੈ, ਕਾਨੂੰਨ ਅਸੀਂ ਮੰਨੇ ਨਹੀਂ ਹੈ, ਜਿੰਨੇ ਮਰਜ਼ੀ ਸੰਸ਼ੋਧਨ ਅਸੀਂ ਸਰਕਾਰ ਮਨਜ਼ੂਰ ਕਰ ਲਵੇ। ਹੁਣ ਰੇੜਕਾ ਇਹੀ ਹੈ ਕਿ ਉਹ ਕਹਿੰਦੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਨਾ ਵਾ। ਸਰਕਾਰਾਂ ਦੇ ਸੰਸ਼ੋਧਨ ਤੇ ਸਰਕਾਰਾਂ ਦੀ ਪ੍ਰਪੋਜ਼ਲ ਸਾਨੂੰ ਮਨਜ਼ੂਰ ਨਹੀਂ ਹੈ। ਇਸ ਤਰ੍ਹਾਂ ਤਾਂ ਉਹ ਖਾਮਖਾਹ ਦਾ ਇੱਕ ਰੇੜਕਾ ਹੈਗਾ। ਕਾਨੂੰਨ ਦੇ ਵਿੱਚ ਬਚਿਆ ਕੀ ਹੈ? ਜਿਹੜਾ ਸੂਝਵਾਨ ਵਿਅਕਤੀ ਹੋਏਗਾ ਉਹ ਕਹੇਗਾ ਕਿ ਇਹਦੇ 'ਚ ਹੁਣ ਕੁਛ ਨਹੀਂ ਹੈ, ਕੋਈ ਪ੍ਰਭਾਵਿਤ ਹੀ ਨਹੀਂ ਕਰਦਾ ਕਿਸੇ ਨੂੰ। ਅਤੇ ਉਹ ਇੱਦਾਂ ਦੀ ਗੱਲ ਕਰਨਾ, ਸਰਕਾਰ ਜਿਹੜੀ ਆ ਉਹ ਵੀ ਕਿਸਾਨਾਂ ਦੀ ਹੈ, ਕਿਸਾਨ ਵੀ ਸਰਕਾਰ ਦੇ, ਆਪਸ 'ਚ ਤਾਲਮੇਲ ਬਿਠਾਉਣਾ ਚਾਹੀਦਾ। ਔਰ ਮੈਨੂੰ ਲੱਗਦਾ ਕਿ ਰਾਜੇਵਾਲ ਜੀ ਔਰ ਦੂਸਰੇ ਲੀਡਰ ਜਿੰਨੇ ਨੇ ਇਹ ਸਾਰੇ ਬਹੁਤ ਸੂਝਵਾਨ ਨੇ ਔਰ ਉਹਨਾਂ ਦੇ ਵਿੱਚ ਕੁਝ ਗਲਤ ਅੰਸਰ ਵੀ ਕੁਛ ਕੇ ਨੇ ਜਿਹੜੇ ਹੁਣ ਅਲੱਗ-ਅਲੱਗ ਤਰ੍ਹਾਂ ਦੇ ਨਾਅਰੇ ਦੇਣ ਲੱਗ ਗਏ। ਉਹ ਟੁਕੜੇ ਗੈਂਗ ਜਿਹੜਾ ਕਹਿੰਦਾ ਸੀ ਭਾਰਤ ਤੇਰੇ ਟੁਕੜੇ ਹੋਣਗੇ ਇਨਸ਼ਾ ਅੱਲਾ, ਖਾਲਿਦ, ਉਮਰ ਖਾਲਿਦ, ਉਹਨੂੰ ਕਹਿੰਦੇ ਹੁਣ ਉਹਨੂੰ ਛੱਡੋ ਜੀ, ਠੀਕ ਹੈ। ਮਾਓਵਾਦੀ ਇਹ ਮੰਗ ਕਰਨ ਲੱਗ ਗਏ। ਅਰਬਨ ਨਕਸਲਾਈਟਸ ਦੇ ਜਿਹੜੇ ਕੇਸ ਨੇ ਜੀ ਉਹ ਛੱਡੋ ਜੀ। ਜਿਹੜਾ ਤਾਹਿਰ ਹੁਸੈਨ ਜਿਹੜਾ ਦੰਗਿਆਂ ਦੇ ਦੋਸ਼ੀ ਨੇ, ਦਿੱਲੀ ਦੰਗਿਆਂ ਦੇ ਹੋਰ ਵੀ ਲੋਕ ਨੇ, ਉਹਨਾਂ ਨੂੰ ਛੱਡੋ ਜੀ।
ਤੇ ਇਸ ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ। ਇਹ ਕੋਈ ਕਿਸਾਨ ਅੰਦੋਲਨ ਦੀਆਂ ਗੱਲਾਂ ਥੋੜ੍ਹਾ ਨੇ। ਕਿਸਾਨਾਂ ਨੇ ਜਿਸ ਤਰ੍ਹਾਂ ਪਹਿਲਾਂ ਗਲਤ ਗੱਲਾਂ ਕਰਨ ਵਾਲੇ ਲੋਕਾਂ ਨੂੰ ਅਲੱਗ ਥਲੱਗ ਕੀਤਾ, ਹੁਣ ਇਹਨਾਂ ਨੂੰ ਵੀ ਅਲੱਗ ਥਲੱਗ ਕਰਨਾ ਇਹ ਜ਼ਰੂਰੀ ਹੋ ਗਿਆ। ਚਾਹੇ ਉਹ ਕਿੰਨੇ ਵੀ ਪਾਵਰਫੁਲ ਲੋਕ ਹੋਣ, ਚਾਹੇ ਉਹ ਅੰਦੋਲਨ ਨੂੰ ਕੈਪਚਰ ਕਰਦੇ ਹੋਣ, ਕਿਉਂਕਿ ਇਸ ਵਾਰ ਪਹਿਲੀ ਵਾਰ ਕਿਸਾਨ ਦੀ ਗੱਲ ਮੰਨੀ ਤੇ ਸੁਣੀ ਗਈ ਹੈ। ਤੁਸੀਂ ਕਹਿੰਦੇ ਹੋ ਕਿ ਕਾਨੂੰਨ ਦੇ ਵਿੱਚ ਰਹਿ ਕੀ ਗਿਆ ਵਾ, ਪਰ ਜੇ ਰਹਿ ਨਹੀਂ ਗਿਆ ਕੁਝ ਤੇ ਫਿਰ ਰੱਦ ਕਰਵਾਉਣ ਦੇ ਵਿੱਚ ਸਹਿਮਤੀ ਕਿਉਂ ਨਹੀਂ ਬਣ ਰਹੀ? ਇਸ ਤਰ੍ਹਾਂ ਦੀ ਕਾਨੂੰਨ ਬਹੁਤ ਸਾਰੇ ਦੇਸ਼ 'ਚ ਬਣੇ ਆ। ਡੈਮੋਕ੍ਰੇਸੀ ਜਿਹੜੀ ਹੈ ਨਾ, ਉਹ ਟ੍ਰੈਡੀਸ਼ਨਸ ਤੇ ਬੇਸ ਕਰਦੀ ਹੈ, ਪਰੰਪਰਾਵਾਂ ਤੇ ਆਧਾਰਿਤ ਹੁੰਦੀ ਹੈ। ਗਲਤ ਪਰੰਪਰਾ ਨਹੀਂ ਪਾਉਣੀ ਚਾਹੀਦੀ ਕਾਨੂੰਨ 'ਚ। ਜਿਹੜਾ ਹੋਰ ਉਹਨਾਂ ਨੇ ਕੱਢਣਾ ਕੱਢ ਦੇਣ। ਉਹ ਵੀ ਉਹਨਾਂ ਨੂੰ ਕਹਿਤਾ ਕਿ 5 ਮੈਂਬਰ ਦੀ ਕਮੇਟੀ ਤੁਸੀਂ ਬਣਾ ਲਓ, 5 ਮੈਂਬਰ ਦੀ ਸਰਕਾਰ ਦੀ ਬਣ ਜਾਂਦੀ ਹੈ, ਆਪੇ ਸਲਾਹ ਮਸ਼ਵਰਾ ਕਰਕੇ ਜੋ ਕਰਨਾ ਕਰ ਲਓ। ਪਿਛਲੇ ਦਿਨਾਂ ਦੇ ਵਿੱਚ ਅਮਿਤ ਸ਼ਾਹ ਦੀ ਮੀਟਿੰਗ ਦੇ ਦੌਰਾਨ ਕਿਸਾਨ ਆਗੂਆਂ ਨੇ ਇੱਥੇ ਤੱਕ ਕਹਿਤਾ ਕਿ ਅਮਿਤ ਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਫਰੂਟ ਦੀ ਟੋਕਰੀ, ਭਰੀ ਟੋਕਰੀ ਸੀਗਾ ਕਾਨੂੰਨ, ਤੁਸੀਂ ਸਾਰਾ ਫਰੂਟ ਤੁਸੀਂ ਲੈ ਜਾਓ, ਖਾਲੀ ਟੋਕਰੀ ਸਾਡੇ ਹਿੱਸੇ ਦੇ ਵਿੱਚ ਰਹਿਣ ਦਿਵੋ, ਯਾਨੀ ਕਿ ਕਾਨੂੰਨ ਰਹਿਣ ਦਿਵੋ। ਪਰ ਕਿਸਾਨ ਸਿੱਧੇ ਸਿੱਧੇ ਕਹਿ ਰਹੇ ਨੇ ਕਿ ਖਾਲੀ ਟੋਕਰੀ ਤਾਂ ਫਿਰ ਵੀ ਭਰੀ ਜਾ ਸਕਦੀ ਹੈ, ਇਸ ਕਰਕੇ ਖਾਲੀ ਟੋਕਰੀ ਵੀ ਰਹਿਣ ਨਹੀਂ ਦੇਣੀ ਅਸੀਂ। ਨਹੀਂ, ਉਹ ਤਾਂ ਕਾਨੂੰਨ ਕਿਹੜਾ ਦੁਬਾਰਾ ਹੁਣ ਰੱਦ ਹੋ ਜਾਏਗਾ ਤਾਂ ਬਣ ਨਹੀਂ ਸਕਦਾ ਦੁਬਾਰਾ। ਹੈਂ, ਇਹ ਕੋਈ ਗੱਲਾਂ ਨਹੀਂ, ਕੋਈ ਸਮਝਦਾਰ ਲੋਕਾਂ ਦੀ ਗੱਲ ਥੋੜ੍ਹਾ ਜੀ। ਇੱਦਾਂ ਦੀਆਂ ਗੱਲਾਂ ਨਹੀਂ ਸਾਨੂੰ ਕਰਨੀਆਂ ਚਾਹੀਦੀਆਂ। ਕਿਸਾਨ ਬਹੁਤ ਸਮਝਦਾਰ ਆ। ਉਹ ਹੋ ਸਕਦਾ ਕਿਸੇ ਨੇ ਗੱਲ ਇੱਦਾਂ ਦੀ ਇਰਰਿਸਪੌਂਸੀਬਲ ਗੱਲ ਕਰਤੀ ਹੋਵੇ, ਬਾਕੀ ਕਿਸਾਨ ਨਹੀਂ ਕਰਦੇ, ਜਿਵੇਂ ਰਾਜੇਵਾਲ ਜੀ ਵਗੈਰਾ ਨੇ, ਇਹ ਇੱਦਾਂ ਦੀਆਂ ਗੱਲਾਂ ਨਹੀਂ ਕਰਦੇ ਹੈਗੇ। ਰਾਜੇਵਾਲ ਸਾਹਿਬ ਨਾਲ ਹੀ ਕੱਲ੍ਹ ਸਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ ਗੱਲਬਾਤ ਹੋਈ ਸੀ, ਉਹਨਾਂ ਨੇ ਇਹ ਹੀ ਕਿਹਾ ਕਿ ਇਹ ਤਾਂ ਫਿਰ ਦੁਬਾਰਾ ਟੋਕਰੀ ਭਰੀ ਜਾ ਸਕਦੀ ਹੈ, ਇਸ ਕਰਕੇ ਜਿਹੜੀ ਹੈਗੀ ਆ ਮਨਜ਼ੂਰ ਨਹੀਂ ਹੈ, ਸੰਸ਼ੋਧਨਾਂ ਦੁਆਰਾ ਵੀ ਸਰਕਾਰ ਇੰਪਲੀਮੈਂਟ ਕਰਵਾ ਸਕਦੀ ਹੈ, ਇਸ ਕਰਕੇ ਕਾਨੂੰਨ ਹੀ ਰੱਦ ਕਰਵਾਉਣੇ ਹੋਣ। ਨਵਾਂ ਕਾਨੂੰਨ ਨਹੀਂ ਬਣ ਸਕਦਾ ਹੈ, ਨਹੀਂ ਬਣ ਸਕਦਾ, ਸਰਕਾਰ ਨੂੰ ਮਨਾ ਕਰਤਾ। ਇੱਦਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਤਾਂ ਜਿਹੜੀਆਂ ਗੱਲਾਂ ਨੇ, ਜਿਹੜੇ ਖਦਸ਼ੇ ਨੇ, ਉਹ ਹੱਲ ਹੋ ਗਏ। ਕਿਸਾਨ ਦੀਆਂ ਗੱਲਾਂ ਮੰਨੀਆਂ ਗਈਆਂ। ਸਾਡੇ ਕਾਨੂੰਨ ਬਹੁਤ ਵਧੀਆ ਸੀ। ਉਸ ਤੋਂ ਬਾਅਦ ਵੀ ਜੋ ਲੋਕ ਸੜਕਾਂ ਤੇ ਬੈਠੇ ਆ, ਉਹਨਾਂ ਲੋਕਾਂ ਦੀ ਰਿਸਪੈਕਟ ਕੀਤੀ ਆ ਸਾਡੀ ਸਰਕਾਰ ਨੇ, ਸਾਡੇ ਪ੍ਰਧਾਨ ਮੰਤਰੀ ਜੀ ਨੇ, ਉਹ ਅਮੈਂਡਮੈਂਟਸ ਕਰਕੇ। ਉਹੀ ਇਹੀ ਕਹਿ ਰਹੇ, ਤੁਸੀਂ ਕਹਿ ਰਹੇ ਹੋ ਕਿ ਲਗਾਤਾਰ ਕਾਨੂੰਨ ਬਹੁਤ ਵਧੀਆ ਸੀਗੇ, ਪਰ ਉਹ ਕਹਿੰਦੇ ਨੇ ਕੱਲ ਤਾਂ ਕ੍ਰਿਸ਼ੀ ਮੰਤਰੀ ਨੇ ਵੀ ਮੰਨ ਲਿਆ ਕਿ ਇਹ ਜਿਹੜੇ ਕਾਨੂੰਨ ਅਸੀਂ ਬਣਾਏ ਸੀਗੇ ਟ੍ਰੇਡ ਵਾਸਤੇ ਬਣਾਏ ਸੀਗੇ। ਹੁਣ ਤਾਂ ਸਿੱਧੇ ਸਿੱਧੇ ਕ੍ਰਿਸ਼ੀ ਮੰਤਰੀ ਵੀ ਮੰਨਣ ਨੂੰ ਤਿਆਰ ਨੇ ਕਿ ਇਹ ਖੇਤੀਬਾੜੀ ਵਾਸਤੇ ਕਾਨੂੰਨ ਨਹੀਂ ਬਣਾਏ ਸੀ, ਟ੍ਰੇਡ ਵਾਸਤੇ ਬਣਾਏ ਸੀਗੇ। ਅਰੇ ਭਾਈ, ਟ੍ਰੇਡ ਵਾਸਤੇ ਇੱਕੋ ਹੀ ਕਾਨੂੰਨ ਸੀ, ਉਹ ਸੀਗਾ। ਉਸੇ ਕਰਕੇ ਪਿਊਸ਼ ਗੋਇਲ ਜੀ ਬੈਠਦੇ ਆ ਨਾ ਵਿੱਚ, ਤੇ ਸਾਰੇ ਕਾਨੂੰਨ ਥੋੜ੍ਹਾ ਟ੍ਰੇਡ ਵਾਸਤੇ ਸੀ। ਐਵੇਂ ਇਹਨਾਂ ਗੱਲਾਂ ਨੂੰ ਕਰਨ ਦਾ ਹੁਣ ਕੋਈ ਫਾਇਦਾ ਨਹੀਂ। ਜਦੋਂ ਉਹਨਾਂ 'ਚ ਅਮੈਂਡਮੈਂਟਸ ਹੋ ਗਈਆਂ ਤਾਂ ਹੁਣ ਕੀ ਗੱਲ ਰਹਿ ਗਈ? ਕੋਈ ਗੱਲ ਨਹੀਂ ਰਹਿ ਗਈ। ਪਰ ਰੇੜਕਾ ਤਾਂ ਹਜੇ ਵੀ ਉੱਥੇ ਹੈ ਨਾ। ਹੁਣ ਆਉਣ ਵਾਲੇ ਦਿਨਾਂ 'ਚ ਹੋਊਗਾ ਕੀ? ਕਿਸਾਨ ਤਾਂ ਲਗਾਤਾਰ ਅੰਦੋਲਨ ਤੇ ਬੈਠੇ ਹੋਏ ਨੇ, ਅੰਦੋਲਨ ਤੇਜ਼ ਕਰ ਰਹੇ ਨੇ, ਮਤਲਬ ਕਿ ਕਮੀਆਂ ਕਿੱਥੇ ਰਹਿ ਗਈਆਂ? ਤੁਹਾਨੂੰ ਲੱਗਦਾ ਕਿ ਹਾਂ ਵੀ ਸਹਿਮਤੀ ਕਿਉਂ ਨਹੀਂ ਬਣ ਪਾ ਰਹੀ? ਉਹਨਾਂ ਦਾ ਹੱਕ ਆ ਅੰਦੋਲਨ ਕਰਨਾ, ਉਹਨਾਂ ਨੂੰ ਕਰਨਾ ਚਾਹੀਦਾ। ਅਸੀਂ ਕਿਉਂ ਉਹਨਾਂ ਨੂੰ ਰੋਕੀਏ? ਉਹਨਾਂ ਦਾ ਹੱਕ। ਸਹਿਮਤੀ ਬਣ ਜੂਗੀ, ਕੋਈ ਐਸੀ ਗੱਲ ਨਹੀਂ ਹੈ। ਕਿਸਾਨ ਵੀ ਆਪਣਾ ਹੀ ਆ, ਬਣਾ ਲਾਂਗੇ ਸਹਿਮਤੀ। ਪ੍ਰੈਸਟੀਜ ਇਸ਼ੂ ਚੱਲ ਰਿਹਾ? ਕੋਈ ਪ੍ਰੈਸਟੀਜ ਇਸ਼ੂ ਨਹੀਂ। ਮੈਂ ਇਹਨਾਂ ਚੀਜ਼ਾਂ ਤੇ ਕਮੈਂਟਸ ਨਾ ਕਰਾਂ ਤਾਂ ਚੰਗੀ ਗੱਲ ਆ, ਕਿਉਂਕਿ ਕਿਸਾਨ ਵੀ ਸਾਡਾ ਆਪਣਾ ਹੀ ਹੈ। ਕਿਸਾਨ ਕੋਈ ਬਗਾਨਾ ਥੋੜ੍ਹਾ। ਸਰਕਾਰ ਵੀ ਆਪਣੀ ਹੈ, ਸਰਕਾਰ ਵੀ ਬਗਾਨੀ ਨਹੀਂ। ਤੁਸੀਂ ਕਹਿ ਰਹੇ ਹੋ ਕਿ ਮੁੱਛ ਦਾ ਸਵਾਲ ਹੈ। ਕਿੰਦੀ ਮੁੱਛ ਦਾ ਸਵਾਲ ਹੈ? ਕਿਸਾਨਾਂ ਦੀ ਮੁੱਛ ਦਾ ਸਵਾਲ ਹੈ ਕਿ ਕੇਂਦਰ ਸਰਕਾਰ ਮਤਲਬ ਕਿ ਕਾਨੂੰਨ ਰੱਦ ਕਰਵਾ ਕੇ ਆਪਣੀ ਮੁੱਛ ਨੀਚੀ ਨਹੀਂ ਹੋਣ ਦੇਣੀ ਚਾਹ ਰਹੀ? ਮੁੱਛ ਕੇਂਦਰ ਸਰਕਾਰ ਤੇ ਕਿਸਾਨ ਦੀ ਕੋਈ ਹੈ, ਅਲੱਗ-ਅਲੱਗ ਨਹੀਂ ਹੈ। ਜਿਹੜੇ ਅਣਜਾਣ ਆਦਮੀ ਨੇ ਨਾ, ਉਹ ਅਲੱਗ-ਅਲੱਗ ਕਹਿੰਦੇ ਆ। ਜਿਹੜੇ ਜਾਣਕਾਰ ਨੇ ਉਹਨਾਂ ਨੂੰ ਪਤਾ ਵੀ ਕਿਸਾਨ ਸਰਕਾਰ ਦਾ, ਸਰਕਾਰ ਕਿਸਾਨ ਦੀ ਹੈ, ਐਸਾ ਕੋਈ ਗੱਲ ਨਹੀਂ। ਰਾਜੇਵਾਲ ਸਾਹਿਬ ਕਹਿੰਦੇ ਨੇ ਕਿ ਕਿਸਾਨਾਂ ਦਾ ਟਾਈਮ ਖਰਾਬ ਕਰ ਰਹੀ ਹੈ ਕੇਂਦਰ ਸਰਕਾਰ, ਅੰਦੋਲਨ ਨੂੰ ਕਿਲ ਕਰਨ ਦੇ ਵਾਸਤੇ ਇਸ ਤਰ੍ਹਾਂ ਦੀਆਂ ਸਟ੍ਰੈਟਜੀ ਬਣਾ ਰਹੀ ਹੈ ਤਾਂ ਕਿ ਅੰਦੋਲਨ ਨੂੰ ਕਿਲ ਕੀਤਾ ਜਾ ਸਕੇ। ਮੀਟਿੰਗਾਂ ਇੰਨੀਆਂ ਲੰਬੀਆਂ ਦੌਰ ਚੱਲਦਾ ਰਿਹਾ, ਕਿਸਾਨਾਂ ਦਾ ਜਿਹੜਾ ਹੈਗਾ ਸਮੇਂ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਨੇ ਇਸ ਤਰ੍ਹਾਂ ਕਿਸਾਨਾਂ ਨੂੰ ਜਿਹੜਾ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਮਾਓਵਾਦੀ ਕਰਦੇ ਆ। ਜਿਹੜੇ ਉਹਨਾਂ ਦੇ ਵਿੱਚ ਬੈਠੇ ਸਮਾਂ ਬਰਬਾਦ ਉਹ ਕਰਦੇ ਆ, ਦਿਸ਼ਾ ਡਾਇਰੈਕਸ਼ਨ ਲੈਸ ਵੀ ਕਰ ਰਹੇ ਆ, ਲੀਡਰ ਲੈਸ ਵੀ ਕਰ ਰਹੇ ਆ। ਜਿਹੜੇ ਇਹ ਟੁਕੜੇ ਗੈਂਗ ਦੀ ਮਦਦ ਕਰਦੇ ਆ, ਔਰ ਜਿਹੜੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਛੁਡਵਾਉਣ ਦੀ ਗੱਲ ਕਰਦੇ ਆ, ਜਿਹੜੇ ਅਰਬਨ ਨਕਸਲਾਈਟਸ ਦੀ ਗੱਲ ਕਰਦੇ ਆ, ਜਿਹੜੇ ਬਾਕੀ ਗੱਲਾਂ ਕਰਦੇ ਆ, ਉਹਨਾਂ ਨੂੰ ਰੋਕਣ ਰਾਜੇਵਾਲ ਜੀ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿਸਾਨ ਬੜੇ ਸੂਝਵਾਨ ਨੇ, ਕਿਸਾਨਾਂ ਨੂੰ ਸਭ ਭਲੀ ਭਾਂਤੀ ਪਰਿਚਿਤ ਹੈ। ਕੀ ਜਿਹੜੇ ਹੁਣ ਤੁਸੀਂ ਖਦਸ਼ੇ ਜ਼ਾਹਿਰ ਕਰ ਰਹੇ ਹੋ, ਕਿਸਾਨਾਂ ਨੂੰ ਇਹ ਸਭ ਨਜ਼ਰ ਨਹੀਂ ਆ ਰਿਹਾ? ਆ ਗਿਆ, ਨਜ਼ਰ ਆ ਗਿਆ ਉਹਨਾਂ ਨੂੰ। ਆਪੇ ਰੋਕਣਗੇ, ਰੋਕ ਰਹੇ ਹੋਣਗੇ, ਉਹਨਾਂ ਦੇ ਕਾਬੂ ਨਹੀਂ ਆ ਰਹੇ ਹੋਣੇ, ਆ ਜਾਣਗੇ ਉਹ ਵੀ। ਕਿਸਾਨ ਇੰਨਾ ਸੂਝਵਾਨ ਆ, ਐਸੀ ਗੱਲ ਨਹੀਂ। ਉਹਨਾਂ ਦਾ ਅੰਦੋਲਨ ਪੀਸਫੁਲ ਇੰਨੀ ਦੇਰ ਦਾ ਚੱਲ ਗਿਆ, ਅਨੁਸ਼ਾਸਨ 'ਚ ਚੱਲ ਗਿਆ। ਜੇ ਉਹ ਸੂਝਵਾਨ ਨੇ ਤਾਂ ਹੀ ਚੱਲ ਗਿਆ, ਤੇ ਉਹਨਾਂ ਨੂੰ ਵੀ ਠੀਕ ਕਰ ਲੈਣਗੇ। ਉਹਨਾਂ ਦਾ ਕੰਮ ਆ, ਮੈਂ ਉਹਨਾਂ ਦੇ ਕੰਮ 'ਚ ਕਿਉਂ ਦਖਲ ਦੇਵਾਂ? ਮੇਰਾ ਤਾਂ ਦੇਖੋ, ਤੁਸੀਂ ਮੀਡੀਆ ਬਹੁਤ ਜਾਗਰੂਕ ਮੀਡੀਆ, ਮੇਰਾ ਤਾਂ ਮੀਡੀਆ 'ਚ ਸਹੀ ਗੱਲ ਕਹਿਣ ਦਾ ਮਤਲਬ ਆ। ਮੇਰਾ ਕੋਈ ਇਹ ਨਹੀਂ ਹੈ ਕਿ ਮੈਂ ਇਹ ਕਹਾਂ ਕਿਸਾਨਾਂ ਨੂੰ ਗਾਲਾਂ ਕੱਢਦਾ ਫਿਰਾਂ, ਇਹ ਕੰਮ ਨਹੀਂ ਹੈ। ਕਿਸਾਨ ਸਾਡਾ ਆਪਣਾ। ਪਰ ਕਿਸਾਨ ਜੇ ਆਪਣਾ ਤਾਂ ਪਰ ਸਹਿਮਤੀ ਨਹੀਂ, ਕਿਤੇ ਕਮੀਆਂ ਰਹਿ ਗਈਆਂ ਲੀਡਰਸ਼ਿਪ ਕੋਲੋਂ ਜਿਹੜੇ ਕਿਸਾਨਾਂ ਨੂੰ ਸਹਿਮਤ ਨਹੀਂ ਕਰ ਪਾਏ? ਲੀਡਰਸ਼ਿਪ ਕੋਲੋਂ ਕੋਈ ਕਮੀ ਨਹੀਂ ਕਰ ਰਹੀ। ਲੀਡਰਸ਼ਿਪ ਜੋ ਕਰ ਸਕਦੀ ਸੀ ਕਰਤੇ। ਤਾਂ ਹੁਣ ਕਿਸਾਨਾਂ ਦੀ ਅੜੀ ਹੈ। ਜਿਹੜੇ ਕਿਸਾਨ ਲੀਡਰ ਨੇ ਨਾ, ਉਹਨਾਂ 'ਚ ਕੁਝ ਲੋਕ ਅੜੀ ਕਰ ਰਹੇ, ਸਾਰੇ ਨਹੀਂ ਕਰ ਰਹੇ। ਉਹਨਾਂ ਨੂੰ ਵੀ ਪਤਾ ਕਿ ਸਾਡਾ ਸਾਰਾ ਕੁਝ ਹੋ ਗਿਆ,
ਤੇ ਇਹ ਕਿਉਂ ਲੰਬਾ ਕਰ ਰਹੇ ਆ, ਇਹ ਅੱਗੇ ਚੱਲ ਕੇ ਆਪੇ ਹੀ ਖੁਲਾਸੇ ਹੋ ਜਾਣੇ ਆ। ਸੰਸ਼ੋਧਨਾਂ ਨੂੰ ਤੁਸੀਂ ਮੰਨ ਲਿਆ ਵਾ ਕਿ ਜਿੰਨੇ ਵੀ ਕਿਸਾਨ ਸੰਸ਼ੋਧਨ ਕਰਾਉਣਾ ਚਾਹੁੰਦੇ ਅਸੀਂ ਕਰਨ ਨੂੰ ਤਿਆਰ ਆ। ਕਾਨੂੰਨ ਰੱਦ ਹੋ ਸਕਦੇ ਨੇ, ਕਿਸਾਨ ਕਹਿੰਦੇ ਨੇ ਕਿ ਕਾਨੂੰਨ ਰੱਦ ਕਰਵਾਉਣੇ ਕੇਂਦਰ ਸਰਕਾਰ ਵਿਚਾਰ ਕਰ ਰਹੀ ਹੈ ਕੁਝ ਇਸ ਬਾਰੇ। ਕੇਂਦਰ ਸਰਕਾਰ ਕਿਉਂ ਵਿਚਾਰ ਕਰੂਗੀ ਜੀ, ਉਹਨੇ ਸਾਰਾ ਕੁਝ ਤਾਂ ਕਰਤਾ। ਉਹਨਾਂ ਨੇ ਕਿਹਾ ਹੋਰ ਕਰਾਉਣਾ ਹੋਰ ਕਰਾ ਲਓ। ਕਾਨੂੰਨ ਰੱਦ ਨਹੀਂ ਹੋਣਗੇ। ਕਾਨੂੰਨ ਰੱਦ ਕਦੇ ਨਹੀਂ ਹੁੰਦਾ, ਇਹ ਤਾਂ ਐਵੇਂ ਬੱਚਿਆਂ ਵਾਲੀਆਂ ਗੱਲਾਂ ਨੇ, ਇਹਨਾਂ 'ਚ ਨਹੀਂ ਪੈਣਾ ਚਾਹੀਦਾ ਕਹਿਣਾ। ਕਾਂਗਰਸ ਦੇ ਐਮਪੀ ਲਗਾਤਾਰ ਜੰਤਰ ਮੰਤਰ ਦੇ ਧਰਨੇ ਤੇ ਬੈਠੇ ਹੋਏ ਨੇ, ਕਿਸਾਨਾਂ ਦੀ ਹਮਾਇਤ ਦੇ ਤੇ ਕੇਂਦਰ ਸਰਕਾਰ ਦੇ ਉੱਤੇ ਵੱਡੇ ਹਮਲੇ ਬੋਲ ਰਹੇ ਨੇ। 55 ਸਾਲ ਉਹਨਾਂ ਦਾ ਰਾਜ ਗਿਆ। ਕਿਸਾਨ ਦੀ ਅੱਜ ਅੰਦੋਲਨ ਹੋ ਰਹੇ ਆ, ਉਹਨਾਂ ਦੀ ਵਜ੍ਹਾ ਕਰਕੇ ਹੋ ਰਹੇ ਆ, ਸਾਡੀ ਵਜ੍ਹਾ ਕਰਕੇ ਨਹੀਂ ਹੋ ਰਹੇ। ਸਾਡਾ ਤਾਂ ਜੇ 6 ਸਾਲ ਹੀ ਹੋਏ ਆ, ਤੇ ਇਸ ਕਰਕੇ ਉਹ ਤਾਂ ਡਰਾਮਾ ਕਰ ਰਹੇ ਨੇ, ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕਰ ਰਹੇ ਆ। ਉਹ ਜਾ ਕੇ ਉੱਥੇ ਬੈਠ ਜਾਣ ਤਾਂ ਸਭ ਤੋਂ ਵਧੀਆ ਸੀ। ਕਿਸਾਨਾਂ ਜਾ ਕੇ ਬੈਠਣ, ਫਿਰ ਉਹਨਾਂ ਨੂੰ ਪਤਾ ਲੱਗੂ ਉਹਨਾਂ ਦਾ ਕੈਸਾ ਸਵਾਗਤ ਹੁੰਦਾ। ਪਹਿਲਾਂ ਹੋਇਆ ਵੀ ਹੈ, ਸਾਰੇ ਭੱਜ ਕੇ ਆਏ ਆ ਇੱਥੇ। ਤਾਂ ਇਹ ਤਾਂ ਇੱਕ ਨਾਟਕ ਕਰ ਰਹੇ ਆ, ਇਹਨਾਂ ਦੇ ਨਾਟਕ 'ਚ ਨਹੀਂ ਫਸਣਾ ਚਾਹੀਦਾ। ਮੈਂਬਰ ਪਾਰਲੀਮੈਂਟ ਨੇ ਆਪਣਾ ਉਹ ਕਹਿੰਦੇ ਸਾਡਾ ਹੱਕ ਆ, ਜਮਹੂਰੀ ਹੱਕ ਆ, ਅਸੀਂ ਬੈਠੇ ਆ ਤੇ ਕਿਸਾਨਾਂ ਦੇ ਹੱਕ ਵਾਸਤੇ ਆ। ਕੇਂਦਰ ਸਰਕਾਰ ਤੇ ਕਿਸਾਨਾਂ ਦੇ ਵਿਚਕਾਰ ਕਿਸਾਨਾਂ ਤੋਂ ਪੁੱਛੋ ਨਾ ਵੀ ਉਹਨਾਂ ਦੇ ਹੱਕ 'ਚ ਕਿੰਨਾ ਕੁ ਹੈਗੇ ਆ। ਇਹ ਕਿਉਂ ਭਜਾਏ ਸੀ ਡੰਡੇ ਲੈ ਕੇ ਉਹਨਾਂ ਨੇ? ਜੇ ਉਹਨਾਂ ਦੇ ਹੱਕ 'ਚ ਹੁੰਦੇ ਉੱਥੋਂ ਕਿਉਂ ਭਜਾਉਂਦੇ? ਕਿਹਨਾਂ ਨੂੰ ਭਜਾਇਆ ਸੀ? ਇਹਨਾਂ ਨੂੰ ਹੀ। ਬਿੱਟੂ ਵੀ ਭੱਜ ਕੇ ਆਇਆ, ਔਜਲਾ ਵੀ ਭੱਜ ਕੇ ਆਇਆ, ਤੁਹਾਨੂੰ ਪਤਾ ਨਹੀਂ ਹੈ। ਫਿਰ ਤੇ ਉਹ ਕਿਉਂ ਭਜਾਏ ਸੀ? ਜੇ ਕਿਸਾਨਾਂ ਦੇ ਹੱਕ 'ਚ ਸੀ, ਕਿਉਂ ਇੱਥੇ ਆਏ? ਉੱਥੇ ਹੀ ਮਿਲਦੇ। ਉਹ ਕਹਿੰਦੇ ਅਸੀਂ ਜਨਤਾ ਦੇ ਚੁਣੇ ਹੋਏ ਨੁਮਾਇੰਦੇ ਆ ਤੇ ਜਨਤਾ ਦੇ ਹੱਕ ਦੀ ਗੱਲ ਕਰਾਂਗੇ। ਜਾਣ ਨਾ, ਫਿਰ ਉਹਨਾਂ ਨੂੰ ਪਤਾ ਲੱਗੂ ਜਨਤਾ ਕਿੰਨਾ ਕੁ ਉਹਨਾਂ ਦਾ ਸਵਾਗਤ ਕਰਦੀ ਆ। ਮੈਨੂੰ ਕੋਈ ਉਹਨਾਂ ਤੇ ਇਹੋ ਜਿਹੇ ਕਮੈਂਟਸ ਨਹੀਂ ਕਰਨੇ। ਉਹ ਆਪਦਾ ਖੁੱਸਿਆ ਹੋਇਆ ਆਧਾਰ ਦੁਬਾਰਾ ਤਲਾਸ਼ਦੀ ਹੈ ਕਾਂਗਰਸ, ਉਹ ਨਹੀਂ ਮਿਲਣਾ। ਤੁਸੀਂ ਕਾਂਗਰਸ ਦੇ 55 ਸਾਲ ਦੇ ਰਾਜ ਦੀ ਗੱਲ ਕੀਤੀ ਹੈ। ਕਾਂਗਰਸ ਦੇ ਟਾਈਮ ਦੇ ਵਿੱਚ ਕਾਂਗਰਸ ਲੀਡਰ ਕਹਿੰਦੇ ਨੇ ਕਿ ਅੰਨਾ ਹਜ਼ਾਰੇ ਦਾ ਅੰਦੋਲਨ ਹੋਇਆ ਸੀਗਾ। ਕਾਂਗਰਸ ਦੇ ਮੰਤਰੀ ਲਗਾਤਾਰ ਰਾਮਲੀਲਾ ਮੈਦਾਨ ਦੇ ਵਿੱਚ ਜਾ ਕੇ ਅੰਦੋਲਨ ਨੂੰ ਸਮਾਪਤੀ ਵਾਸਤੇ ਯਤਨ ਕਰਦੇ ਰਹੇ ਆ, ਪਰ ਬੀਜੇਪੀ ਸਰਕਾਰ ਕਿਸਾਨਾਂ ਦੇ ਵਿੱਚ ਤਾਂ ਜਾਣ ਨੂੰ ਤਿਆਰ ਨਹੀਂ ਹੈ। 15 ਦਿਨ ਹੋ ਗਏ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਹੋਏ ਨੇ, ਮੀਟਿੰਗਾਂ ਕਰਨ ਵਾਸਤੇ ਕਿਸਾਨਾਂ ਨੂੰ ਉੱਥੇ ਬੁਲਾ ਰਹੇ ਨੇ, ਜਦ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਭੂਮੀ ਪੂਜਨ ਕਰ ਰਹੇ ਨੇ। ਪ੍ਰਧਾਨ ਜਿਹੜੇ ਜੇਪੀ ਨੱਡਾ ਨੇ ਉਹ ਬੰਗਾਲ ਦੇ ਵਿੱਚ ਇਲੈਕਸ਼ਨ ਕੰਪੇਨ ਕਰ ਰਹੇ ਨੇ, ਪਰ ਕਿਸਾਨਾਂ ਦੇ ਵਾਸਤੇ ਟਾਈਮ ਨਹੀਂ ਹੈ। ਕਿਸਾਨਾਂ ਦੇ ਵਿੱਚ ਜਾ ਕੇ ਅੰਦੋਲਨ ਨੂੰ ਸਮਾਪਤ ਕਰਨ ਵਾਸਤੇ ਉਹਨਾਂ ਨਾਲ ਰਣਨੀਤੀ ਬਣਾਉਣੀ ਚਾਹੀਦੀ ਹੈ। 7-7 ਘੰਟੇ ਬੈਠੇ ਆ ਤੇ ਟਾਈਮ ਨਹੀਂ ਸੀਗਾ ਉਹ। ਇਹ ਤਾਂ ਉਹਨਾਂ ਦੇ ਉਹ ਜਿਵੇਂ ਉਹ ਸਾਨੂੰ ਦੱਸਣਗੇ ਉਸ ਤਰ੍ਹਾਂ ਕਰਾਂਗੇ ਅਸੀਂ। ਉਹਨਾਂ ਤੋਂ ਸਾਨੂੰ ਸਿੱਖਣ ਦੀ ਲੋੜ ਨਹੀਂ, ਪੁੱਛਣ ਦੀ ਲੋੜ ਨਹੀਂ। ਇਹ ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਹੈ ਸਾਡਾ, ਔਰ ਸਾਡੇ ਪ੍ਰਧਾਨ ਮੰਤਰੀ ਸਭ ਤੋਂ ਪਾਵਰਫੁਲ ਪ੍ਰਾਈਮ ਮਿਨਿਸਟਰ ਨੇ ਇਸ ਵੇਲੇ ਦੁਨੀਆ 'ਚ, ਲੀਡਰ ਨੇ। ਤੇ ਉਹ ਸਾਨੂੰ ਉਹਨਾਂ ਤੋਂ ਪੁੱਛਣ ਦੀ ਲੋੜ ਨਹੀਂ ਹੈ ਕੁਝ। ਅਸੀਂ ਕਿਸਾਨਾਂ ਦੀ ਸਮੱਸਿਆ ਆਪੇ ਹੱਲ ਕਰ ਲਾਂਗੇ। ਉਹਨਾਂ ਨੂੰ ਕਹੋ ਕਿ ਆਪਦੀ ਨੇਕ ਸਲਾਹ ਆਪਣੇ ਕੋਲ ਹੀ ਰੱਖਣ। ਪੰਜਾਬੀ ਕਲਾਕਾਰ ਵੱਡੀ ਸਪੋਰਟ ਦੇ ਵਿੱਚ ਕਿਸਾਨਾਂ ਦੀ ਆਏ ਨੇ ਤੇ ਉਹਨਾਂ ਦਾ ਕਹਿਣਾ ਕਿ ਪ੍ਰਧਾਨ ਮੰਤਰੀ ਕੋਲੋਂ ਸੈਲੀਬ੍ਰਿਟੀਜ਼ ਦੇ ਫੰਕਸ਼ਨਾਂ ਤੇ ਜਾਣ ਵਾਸਤੇ ਟਾਈਮ ਹੈਗਾ, ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਵਾਸਤੇ ਟਾਈਮ ਨਹੀਂ ਹੈ। ਹਜੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਵਾਰ ਵੀ ਮੁਲਾਕਾਤ ਨਹੀਂ ਕੀਤੀ ਗਈ ਕਿਸਾਨਾਂ ਦੇ ਨਾਲ, ਜਾਂ ਕੋਈ ਗੱਲਬਾਤ ਨਹੀਂ ਕੀਤੀ ਗਈ। ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ, ਪ੍ਰਧਾਨ ਮੰਤਰੀ ਕਰਦੇ ਹੁੰਦੇ ਆ। ਪਹਿਲਾਂ ਪ੍ਰਧਾਨ ਮੰਤਰੀ ਨੇ ਕੀਤੀ ਸੀ ਕਦੇ ਮੁਲਾਕਾਤ? 10 ਸਾਲ ਉਹਨਾਂ ਦੇ ਮਨਮੋਹਨ ਸਿੰਘ ਰਹਿ ਗਏ, ਉਦੋਂ ਪਹਿਲਾਂ ਰਾਜੀਵ ਗਾਂਧੀ ਰਹਿ ਗਏ, ਕਿਸੇ ਨੇ ਕੀਤੀ ਸੀ? ਐਵੇਂ ਗੱਲਾਂ ਕਰਨੀਆਂ ਹਰ ਕਿਸੇ ਨੇ। ਪ੍ਰਧਾਨ ਮੰਤਰੀ ਕੋਲ ਹੋਰ ਬਹੁਤ ਕੰਮ ਨੇ, ਔਰ ਇਹ ਅੰਦੋਲਨ ਆਪਣੇ ਆਪ ਸਮਾਪਤ ਹੋ ਜਾਏਗਾ, ਔਰ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਉਹ ਐਡਰੈਸ ਕਰਤੀਆਂ। ਸਮਾਪਤ ਕਿਸ ਤਰ੍ਹਾਂ ਹੋਏਗਾ? ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਬੈਠੀ ਜਦੋਂ ਉਹਨੂੰ ਪਤਾ ਲੱਗਿਆ ਨਾ ਵੀ ਇਹ ਕੀ ਕਰ ਰਹੇ ਆ, ਟੁਕੜੇ ਟੁਕੜੇ ਗੈਂਗ ਦੀ ਗੱਲ ਹੋਰ ਕਰਦੇ ਰਹਿਣਾ 2-4 ਦਿਨ, ਫਿਰ ਪਤਾ ਲੱਗ ਜਾਊਗਾ। ਇਹਨੂੰ ਨਾ ਰੋਕਣ ਤੇ ਸਮਝ ਆ ਜਾਊਗੀ ਉਹਨਾਂ ਨੂੰ। ਲੋਕ ਸਾਥ ਛੱਡ ਜਾਂਦੇ ਆ, ਇੱਦਾਂ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਭਾਈ ਇਹ ਕਿਹੜੀ ਦਿਸ਼ਾ ਨੂੰ ਜਾ ਰਹੇ ਆ। ਇਹਦੇ 'ਚ ਅਰਬਨ ਨਕਸਲਾਈਟ ਦਾ ਇੱਥੇ ਕੀ ਮਸਲਾ? ਖੇਤ 'ਚ ਬੀਜ ਪਾਉਣਾ ਉਹਦਾ ਕੋਈ ਹੈ? ਤੇ ਇਹ ਕੌਣ ਗੱਲਾਂ ਕਰ ਰਹੇ ਨੇ? ਨਾਗੀ ਰੈਡੀ ਗਰੁੱਪ ਮਾਰਕਸਿਸਟ ਲੈਨਿਸਟ ਦਾ ਕੌਣ ਆ? ਪੋਲੀਟੀਕਲ ਪਾਰਟੀ ਆ ਉਹ, ਇਲੈਕਸ਼ਨਾਂ ਵੀ ਲੜਦੇ ਆ ਉਹ, ਬਿਹਾਰ 'ਚ ਲੜੀਆਂ ਨੇ। ਤਾਂ ਇਸ ਕਰਕੇ ਇਹਨਾਂ ਤੋਂ ਬਚੋ। ਉਹ ਕਹਿੰਦੇ ਨੇ ਕਿ ਸਰਕਾਰ ਅੰਦੋਲਨ ਨੂੰ ਖਰਾਬ ਕਰਨਾ ਚਾਹੁੰਦੀ ਹੈ ਤਾਂ ਕਿ ਅੰਦੋਲਨ ਜਿਹੜਾ ਹੈਗਾ ਬਿਖਰ ਜਾਵੇ ਤੇ ਅੰਦੋਲਨ ਆਪਣੇ ਆਪ ਹੀ ਸਮਾਪਤ ਹੋ ਜਾਵੇ। ਆ ਅੰਦੋਲਨ ਨੂੰ ਖਰਾਬ ਕਰਨ ਲਈ ਕੀਤਾ, ਜਿਹੜੀਆਂ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ, ਜਿਹੜੀਆਂ ਉਹਨਾਂ ਨੇ ਲਿਖ ਕੇ ਦਿੱਤੀਆਂ। ਐਵੇਂ ਐਸੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਪੱਤਰਕਾਰ ਹੋ, ਸੂਝਵਾਨ ਹੋ, ਇੱਦਾਂ ਦੀਆਂ ਗੱਲਾਂ। ਹਰ ਮੀਟਿੰਗ ਤੋਂ ਬਾਅਦ ਉੱਥੇ ਫੋਰਸ ਦੀ ਡਿਪਲੋਇਮੈਂਟ ਹੋਰ ਵੱਧ ਜਾਂਦੀ ਹੈ, ਕਿਸਾਨ ਇਹਦੇ ਤੋਂ ਵੀ ਸ਼ੰਕਿਤ ਹੈ। ਅਰੇ ਭਾਈ ਫੋਰਸਸ ਤਾਂ ਲੱਗਣੀਆਂ ਹੀ ਨੇ, ਫੋਰਸਸ ਉਹਨਾਂ ਦੀ ਸੰਭਾਲ ਵਾਸਤੇ ਹੀ ਹੈ, ਕੋਈ ਐਸੀ ਗੱਲ ਨਹੀਂ। ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ। ਵਿਕਰਮ ਮਜੀਠੀਆ ਨੇ ਪਰਸੋਂ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੇ ਸਿੱਧਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਾਰਡਰ ਤੇ ਜਾ ਕੇ ਕਿਸਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਮਜੀਠੀਆ ਜੀ ਦੀਆਂ ਸਲਾਹਾਂ ਜਿਹੜੀਆਂ ਨੇ ਉਹ ਅਕਾਲੀ ਦਲ ਨੂੰ ਦੇ ਲੈਣ। ਉਹ ਰਹਿ ਗਏ ਵਿਚਾਰੇ 12-13 ਹੀ ਰਹਿ ਗਏ, ਤੇ ਉੱਥੇ ਆਪਦੀ ਪਾਰਟੀ ਦਾ ਦੇਖ ਲੈਣ। 2 ਜ਼ਿਲ੍ਹਿਆਂ ਦੀ ਪਾਰਟੀ ਹੈ, ਤੇ ਸਾਡੇ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਸਲਾਹ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਭਾਈਵਾਲ ਸੀਗੇ, ਕਾਫੀ ਦੇਰ ਤੁਹਾਡੇ ਭਾਈਵਾਲ ਰਹੇ ਨੇ, ਜੇ ਉਹਨਾਂ ਦੀ ਪਹਿਲਾਂ ਵੀ ਸਲਾਹ ਤੁਸੀਂ ਮੰਨਦੇ ਰਹੇ ਹੋ, ਸਲਾਹਾਂ ਲੈਂਦੇ ਰਹੇ ਹੋ, ਜੇ ਹੁਣ ਸਲਾਹ ਦਿੰਦੇ ਤੇ ਹੁਣ ਸਲਾਹ ਉਹਨਾਂ ਦੀ ਨਹੀਂ ਮੰਨਣੀ ਚਾਹੀਦੀ? ਜਿਹੜੀ ਅੱਛੀ ਸਲਾਹ ਉਹ ਮੰਨੀ ਜਾਓ। ਇਦਾਂ ਦੀਆਂ ਗੱਲਾਂ ਕਰਨੀਆਂ ਕੋਈ ਗੱਲਾਂ ਥੋੜ੍ਹਾ ਨੇ। ਪ੍ਰਧਾਨ ਮੰਤਰੀ ਦੀ ਗੱਲ ਇੱਕ MLA ਕਰੇ, ਕੋਈ ਅੱਛੀ ਗੱਲ ਥੋੜ੍ਹਾ ਹੈਗੀ ਆ। ਅਕਾਲੀ ਦਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਰਨ ਤਾਂ ਸਮਝ ਆਉਂਦਾ।
ਉਹਨਾਂ ਦਾ ਕੱਦ ਹੈਗਾ, ਠੀਕ ਹੈ ਨਾ। ਇਸ ਤਰ੍ਹਾਂ ਦੀਆਂ ਗੱਲਾਂ ਠੀਕ ਨਹੀਂ ਹੈਗੀਆਂ। ਠੀਕ ਆ, ਉਹ ਜੋ ਵੀ ਕਹਿੰਦੇ ਆ ਉਹਨਾਂ ਦਾ ਸਵਾਗਤ ਆ, ਆਪਦੀ ਪਾਰਟੀ ਨੂੰ ਸਲਾਹ ਦੇਣ। ਸਾਡੀ ਪਾਰਟੀ ਨੂੰ ਪਤਾ ਅਸੀਂ ਕੀ ਕਰਨਾ। ਹੁਣ ਲਾਸਟ ਮੇਰਾ ਸਵਾਲ ਹੈ ਕਿ ਹੁਣ ਕੀ ਲੱਗਦਾ ਕਿ ਤੁਹਾਨੂੰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਊਗਾ? ਕੇਂਦਰ ਸਰਕਾਰ ਕੀ ਕਰ ਰਹੀ ਹੈ ਤਾਂ ਕਿ ਕਿਸਾਨ ਜਿਹੜੇ ਨੇ ਇਸ ਅੰਦੋਲਨ ਨੂੰ ਛੱਡ ਕੇ ਆਪਣੇ ਪੰਜਾਬ ਦੇ ਵਿੱਚ ਰਾਜੀ ਖੁਸ਼ੀ ਵਾਪਸ ਜਾਣ? ਕਿਸਾਨ ਤਾਂ ਸਿੱਧੇ ਸਿੱਧੇ ਕਹਿ ਰਹੇ ਨੇ ਕਿ ਰੱਦ ਕਰਵਾ ਕੇ ਜਾਣਾ ਹੈ। ਹੁਣ ਤੁਸੀਂ ਰੱਦ ਤੇ ਵਿੱਚ ਸਹਿਮਤੀ ਬੰਦੀ ਹੈ ਜਾਂ ਹੁਣ ਹੋਰ ਕੋਈ ਸਟ੍ਰੈਟਜੀ ਅਪਣਾਈ ਜਾਏਗੀ? ਮੀਟਿੰਗਾਂ ਦਾ ਦੌਰ ਵੀ ਜਿਹੜਾ ਹੈਗਾ, ਕਿਸਾਨ ਕਹਿੰਦੇ ਹੁਣ ਮੀਟਿੰਗਾਂ ਵੀ ਨਹੀਂ ਕਰਨੀਆਂ, ਹੁਣ ਤਾਂ ਯੈਸ ਨੋ ਹੈ। ਆਪਣੀ ਪ੍ਰਪੋਜ਼ਲ ਭੇਜਣ ਕਿ ਹਾਂ ਵੀ ਇਹ ਕਰ ਰਹੇ ਆ, ਉਹਦੇ ਤੇ ਯੈਸ ਨੋ ਹੋਏਗੀ ਬਸ। ਜੋ ਕਹਿੰਦੇ ਆ ਉਹਨਾਂ ਦਾ ਸਵਾਗਤ ਆ ਜੀ। ਉਹ ਜੋ ਵੀ ਕਹਿੰਦੇ ਆ ਉਹ ਆਪਣੀ ਮਰਜ਼ੀ ਨਾਲ ਕਰਨ। ਡੈਮੋਕ੍ਰੇਸੀ ਆ, ਉਹ ਆਜ਼ਾਦ ਨੇ, ਸਿਟੀਜ਼ਨ ਨੇ ਇਸ ਕੰਟਰੀ ਦੇ। ਉਹ ਨਹੀਂ ਗੱਲ ਕਰਨਾ ਚਾਹੁੰਦੇ ਨਾ ਕਰਨ, ਕਰਨੀ ਚਾਹੁੰਦੇ ਜ਼ਰੂਰ ਕਰਨ। ਸਾਡੀਆਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਸਾਰੀਆਂ, ਉਹਨਾਂ ਨੂੰ ਐਕਸੈਪਟ ਕਰ ਲੈਣ। ਨਹੀਂ ਕਰਨਾ, ਉਹਨਾਂ ਦੀ ਕੀ ਮਨਸ਼ਾ ਲੋਕਾਂ ਦੇ ਸਾਹਮਣੇ ਆ ਜਾਣੀ ਹੈ। ਇਹ ਲੋਕ ਰਾਜ ਹੈ, ਡੈਮੋਕ੍ਰੇਸੀ ਹੈ, ਇਹਦੇ 'ਚ ਲੋਕ ਹਰ ਗੱਲ ਸਮਝਦੇ ਆ। ਅੱਜ ਨਹੀਂ ਸਮਝਣਗੇ, ਮਹੀਨੇ ਬਾਅਦ ਸਮਝਣਗੇ, 2 ਮਹੀਨੇ ਬਾਅਦ ਸਮਝਣਗੇ। ਆ ਟੁਕੜੇ ਟੁਕੜੇ ਗੈਂਗ ਨੇ ਉਹਨਾਂ ਦੇ ਅੰਦੋਲਨ ਤੇ ਕਬਜ਼ਾ ਕਰ ਲੈਣਾ। ਇਹ ਕਿਸਾਨਾਂ ਨੂੰ ਆਪਦਾ ਅੰਦੋਲਨ ਜਿੱਦਾਂ ਪਹਿਲਾਂ ਅਨੁਸ਼ਾਸਨ 'ਚ ਰੱਖਿਆ ਉੱਦਾਂ ਹੀ ਰੱਖਣਾ ਚਾਹੀਦਾ। ਦੇਸ਼ ਭਗਤ ਨੇ, ਉਹ ਅੱਛੇ ਲੋਕ ਨੇ ਤੇ ਉਹਨਾਂ ਨੂੰ ਉਸੇ ਤਰੀਕੇ ਨਾਲ ਚਲਾਉਣ। ਇਹਨਾਂ ਤੋਂ ਜ਼ਰੂਰ ਅਲੱਗ ਥਲੱਗ ਕਰ ਦੇਣ, ਮੇਰੀ ਇਹੀ ਪ੍ਰਾਰਥਨਾ। ਬੀਜੇਪੀ ਦੇ ਲੀਡਰਾਂ ਨੂੰ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਿੰਡਾਂ 'ਚ ਨਹੀਂ ਵੜਨ ਦੇਣਾ। 2022 ਆ ਰਿਹਾ ਵਾ, ਬੀਜੇਪੀ ਨੂੰ ਤੇ ਹੋਰ ਵੱਖ-ਵੱਖ ਪਾਰਟੀਆਂ ਨੂੰ ਅਸੀਂ ਦਿਖਾਵਾਂਗੇ ਕਿ ਕਿਸਾਨਾਂ ਦੀ ਤਾਕਤ ਕੀ ਹੁੰਦੀ ਹੈ। ਜ਼ਰੂਰ ਦਿਖਾਉਣਾ ਚਾਹੀਦਾ, ਜਿਹੜੀ ਤਾਕਤ ਆ ਉਹਨੂੰ ਦਿਖਾਉਣ, ਪਰ ਡੈਮੋਕ੍ਰੈਟਿਕ ਵੇ ਨਾਲ ਹੀ ਦਿਖਾਉਣਗੇ। ਕੋਈ ਬਦਮਾਸ਼ੀ ਨਹੀਂ ਚੱਲਦੀ ਕਿਸੇ ਦੀ ਵੀ ਇਸ ਕੰਟਰੀ 'ਚ। ਉਹ ਕਹਿੰਦੇ ਬੀਜੇਪੀ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਅਰੇ ਬਣਨ ਬੁਣਨ ਤੋਂ ਤਾਂ ਕੋਈ ਨਹੀਂ ਰੋਕ ਸਕਦਾ, ਉਹ ਛੱਡਣ। ਅਸੀਂ ਹੁਣ ਪਿੰਡਾਂ ਦੇ ਰਹਿਣਾ, ਸਾਨੂੰ ਸਾਡੇ ਪਿੰਡਾਂ 'ਚੋਂ ਕਿਹੜਾ ਕੱਢ ਦੂਗਾ ਜੀ? ਇਹ ਕੋਈ ਬੱਚਿਆਂ ਵਾਲੀਆਂ ਗੱਲਾਂ ਨਾ ਕਰੋ। ਉਹ ਠੀਕ ਆ, ਧਰਨੇ ਪ੍ਰਦਰਸ਼ਨ ਸ਼ਾਂਤਮਈ ਅੰਦੋਲਨ ਉਹਨਾਂ ਦਾ ਹੱਕ ਆ, ਉਹ ਕਰਨ। ਅਸੀਂ ਉਹਨਾਂ ਨੂੰ ਕਦੋਂ ਕਹਿੰਦੇ ਆ, ਕਦੋਂ ਰੋਕਦੇ ਆ? ਵੈਲਕਮ, ਸਵਾਗਤ ਆ ਉਹਨਾਂ ਦਾ। ਅੰਦੋਲਨ ਹੋਰ ਤਿੱਖਾ ਕਰ ਰਿਹਾ। ਦੂਜੇ ਜਿਹੜੇ ਹੈਗੇ ਆ ਬਾਰਡਰ ਵੀ ਸੀਲ ਕੀਤੇ ਜਾ ਰਹੇ ਆ। ਦਿੱਲੀ ਜੈਪੁਰ ਹਾਈਵੇ ਵੀ ਹੁਣ ਕੱਲ ਤੋਂ ਸੀਲ ਕੀਤਾ ਜਾਵੇਗਾ। ਕਰਕੇ ਦੇਖ ਲੈਣ, ਜਿੰਨਾ ਕੁ ਪ੍ਰਭਾਵੀ ਹੋਊਗਾ ਉਹ ਵੀ ਦੇਖ ਲੈਣ, ਜ਼ਰੂਰ ਕਰਨ। ਅਸੀਂ ਕਦੋਂ ਕਹਿੰਦੇ ਆ ਉਹਨਾਂ ਨੂੰ? ਉਹਨਾਂ ਕੋਲ ਹੱਕ ਆ, ਉਹ ਕਰਨ। ਪਰ ਜਨਤਾ ਤੋਂ ਅਲੱਗ ਥਲੱਗ ਪੈ ਜਾਣਗੇ ਕਰਦੇ ਕਰਦੇ। ਮੇਰੀ ਉਹਨਾਂ ਨੂੰ ਪ੍ਰਾਰਥਨਾ, ਅੰਦੋਲਨ ਸਕਸੈਸ ਹੋ ਗਿਆ, ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਗਈਆਂ ਤੇ ਉਹ ਇਸ ਅੰਦੋਲਨ ਨੂੰ ਸਮਾਪਤ ਕਰਨ। ਇਹ ਦੇਸ਼ ਵਿੱਚ ਵੀ ਆ, ਪੰਜਾਬ ਦੇ ਵਿੱਚ ਵੀ ਆ, ਕਿਸਾਨ ਦੇ ਵਿੱਚ ਵੀ ਆ, ਸਮਾਜ ਦੇ ਵਿੱਚ ਵੀ ਆ। ਮਤਲਬ ਕਿ ਅਮੈਂਡਮੈਂਟ ਨੂੰ ਮੰਨ ਕੇ ਅੰਦੋਲਨ ਸਮਾਪਤ ਕਰਨ, ਕਾਨੂੰਨ ਰੱਦ ਨਹੀਂ ਹੋਣਗੇ, ਜਿਹੜੀ ਉਹਨਾਂ ਦੀ ਮੰਗ ਹੈ। ਅਰੇ ਵੀ ਕਾਨੂੰਨ ਰੱਦ ਕਰਨ ਵਾਲੀ ਕੋਈ ਗੱਲ ਹੀ ਨਹੀਂ। ਕਾਨੂੰਨ 'ਚ ਕੁਝ ਰਹਿ ਹੀ ਨਹੀਂ ਗਿਆ। ਕਾਨੂੰਨ ਰੱਦ ਕਰਨ ਵਾਲੀ ਕੀ ਗੱਲ ਰਹਿ ਗਈ ਇਹਦੇ 'ਚ? ਕੁਝ ਵੀ ਨਹੀਂ। ਠੀਕ ਹੈ ਨਾ, ਕੋਈ ਦਿੱਕਤ ਨਹੀਂ ਜੀ। ਬਿਲਕੁਲ, ਇਹ ਸੀਗੇ ਹਰਜੀਤ ਗਰੇਵਾਲ, ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਕਿਸਾਨ ਨੇਤਾ ਹੁਣ ਅੜੀ ਤੇ ਆਪਣੀ ਅੜੇ ਹੋਏ ਨੇ, ਕਿਉਂਕਿ ਜੋ ਅਮੈਂਡਮੈਂਟ ਹੋਣੀਆਂ ਸੀਗੀਆਂ ਉਹ ਕਰ ਦਿੱਤੀਆਂ। ਜੇ ਕੁਝ ਹੋਰ ਵੀ ਰਹਿ ਗਈਆਂ ਤਾਂ ਉਹ ਵੀ ਕਰਨ ਨੂੰ ਸਰਕਾਰ ਤਿਆਰ ਹੈ, ਪਰ ਕਾਨੂੰਨ ਰੱਦ ਨਹੀਂ ਹੋਣਗੇ ਕਿਉਂਕਿ ਕਾਨੂੰਨ ਦੇ ਵਿੱਚ ਕੁਝ ਰਹਿ ਨਹੀਂ ਗਿਆ। ਤੇ ਦੂਜੇ ਪਾਸੇ ਉਹਨਾਂ ਨੇ ਵੱਡੇ ਖਦਸ਼ੇ ਜ਼ਾਹਿਰ ਕੀਤੇ ਨੇ ਕਿ ਕਿਸਾਨ ਅੰਦੋਲਨ ਦੇ ਵਿੱਚ ਹੁਣ ਕੁਝ ਸ਼ਰਾਰਤੀ ਅਨਸਰ ਜਿਵੇਂ ਟੁਕੜੇ ਟੁਕੜੇ ਗੈਂਗ ਤੇ ਹੋਰ ਮਾਓਵਾਦੀ ਵੀ ਘੁਸਪੈਠ ਕਰ ਚੁੱਕੇ ਨੇ, ਜੋ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਲਗਾਤਾਰ ਸਾਜ਼ਿਸ਼ਾਂ ਰਚ ਰਹੇ ਨੇ। ਤੇ ਇਹ ਕਿਸਾਨ ਅੰਦੋਲਨ ਆਪਣੇ ਆਪ ਹੀ ਸਮਾਪਤ ਹੋ ਜਾਏਗਾ, ਜਿਸ ਤਰ੍ਹਾਂ ਦੇ ਜੋ ਸਾਜ਼ਿਸ਼ਾਂ ਅਤੇ ਖਦਸ਼ੇ ਕੇਂਦਰ ਸਰਕਾਰ ਵੱਲੋਂ ਜ਼ਾਹਿਰ ਕੀਤੇ ਗਏ ਨੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ ਟੀਵੀ, ਦਿੱਲੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।